ਵੈਲਕਮ 8th ਕਲਾਸ। ਅੱਜ ਅਸੀਂ ਚੈਪਟਰ 14 ਫੈਕਟਰਾਈਜੇਸ਼ਨ ਗੁਣਨਖੰਡੀਕਰਨ। ਦੇਖੋ ਮੈਂ ਦੋਨੋਂ ਮੀਡੀਅਮਸ ਲਿਖਿਆ ਫੈਕਟਰਾਈਜੇਸ਼ਨ ਗੁਣਨਖੰਡੀਕਰਨ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਅਸੀਂ ਸਿੱਖਾਂਗੇ ਜਿਹੜੀ ਅਸੀਂ ਪੋਲੀਨੋਮੀਅਲਸ ਹੈ ਬਹੁਪਦਾਨ ਹੈ ਉਹਨਾਂ ਨੂੰ ਕਿਵੇਂ ਅਸੀਂ ਤੋੜ ਕੇ ਲਿਖ ਸਕਦੇ ਹਾਂ। ਪਰ ਪ੍ਰਾਈਮ ਫੈਕਟਰਾਈਜੇਸ਼ਨ ਹੁੰਦੀ ਹੈ ਮੇਨ ਕਿ ਪ੍ਰਾਈਮ ਨੰਬਰ ਸਾਨੂੰ ਦੱਸਿਆ ਹੋਇਆ ਹੈ ਕਿ ਜਿਹੜੇ ਕਿਸੇ ਦੇ ਪਹਾੜੇ 'ਚ ਨਹੀਂ ਆਉਂਦੇ। ਜਿਵੇਂ ਆ ਹੁਣੇ ਹੀ ਨੋਟ ਕਰਵਾ ਰਹੀ ਹਾਂ 2 3 5 7 ਕਈ ਬੱਚੇ 9 ਲਿਖ ਜਾਂਦੇ। 9 ਨਹੀਂ ਹੈ ਕਿਉਂਕਿ 9 3 ਦੇ ਪਹਾੜੇ 'ਚ ਆ ਜਾਂਦਾ। 11 13 17 19 ਇਸ ਤਰ੍ਹਾਂ ਦੇ ਛੋਟੇ ਚੀਜ਼ਾਂ 23 ਇਸ ਤਰ੍ਹਾਂ ਦੀ ਛੋਟੀ ਜਿਹੜੀ ਫੈਕਟਰਸ ਹੁੰਦੇ ਆ ਜਿਨ੍ਹਾਂ ਵਿੱਚ ਇਹਨਾਂ ਨੂੰ ਵੰਡਿਆ ਜਾ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਲੈਸਨ ਦੇ ਬੜੇ ਈਜ਼ੀ ਸਮਸ ਕਰਵਾ ਰਹੀ ਹਾਂ ਕਿਉਂਕਿ ਇਹ ਲੈਸਨ ਥੋੜ੍ਹਾ ਜਿਹਾ ਮੁਸ਼ਕਿਲ ਹੈ, ਪਰ ਮੈਂ ਤੁਹਾਡੇ ਲਈ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਬਹੁਤ ਈਜ਼ੀ ਵੇ ਦੇ ਨਾਲ ਈਜ਼ੀ ਤਰੀਕੇ ਦੇ ਨਾਲ ਅਤੇ ਈਜ਼ੀ ਸਮਸ ਹੀ ਤੁਹਾਨੂੰ ਕਰਵਾਏ ਜਾਣ ਤਾਂ ਕਿ ਤੁਸੀਂ ਇਹਨਾਂ ਨੂੰ ਬੜੇ ਚੰਗੀ ਤਰ੍ਹਾਂ ਆਪਣਾ ਬੇਸ ਕਲੀਅਰ ਕਰ ਲਓ। ਇਜ਼ ਇਟ ਓਕੇ? ਤਾਂ ਜੇ ਕਿਸੇ ਨੂੰ ਵੀ ਕੋਈ ਵੀ ਦਿੱਕਤ ਹੈ ਤੁਸੀਂ ਕਾਲ ਕਰ ਸਕਦੇ ਹੋ। ਸਭ ਤੋਂ ਪਹਿਲਾ ਸਵਾਲ ਹੈ 12x ਅਤੇ 36 ਦੇ ਕਾਮਨ ਫੈਕਟਰਸ ਪਤਾ ਕਰੋ। ਸਾਂਝੇ ਗੁਣਨਖੰਡ। ਸਾਂਝਾ ਕੀ ਹੁੰਦਾ ਹੈ? ਜਿਹੜਾ ਦੋਨਾਂ ਕੋਲ ਹੋਵੇ। ਤਾਂ ਸਭ ਤੋਂ ਪਹਿਲੀ ਰਕਮ ਜਿਹੜੀ ਆਪਣੇ ਕੋਲ ਕਿਹੜੀ ਹੈ? 12x। ਦੂਸਰੀ ਰਕਮ ਕਿਹੜੀ ਹੈ ਆਪਣੇ ਕੋਲ ਬੇਟੇ? 36। ਮੈਂ ਦੋਨੋਂ ਰਕਮਾਂ ਲਿਖ ਲਈਆਂ ਜੋ ਮੈਨੂੰ ਦਿੱਤੀਆਂ ਸੀ ਜਿਨ੍ਹਾਂ ਦੇ ਵਿਚਕਾਰ ਮੈਂ ਸਾਂਝੇ ਗੁਣਨਖੰਡ ਪਤਾ ਕਰਨੇ ਸੀ। ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਜੇ ਤੁਹਾਨੂੰ ਟੇਬਲਸ ਈਜ਼ੀਲੀ ਆਉਂਦੇ ਹੈ, ਵੈਸੇ ਆਮ ਤੌਰ 'ਤੇ ਆਪਾਂ ਨੂੰ ਹੁਣ ਮੂੰਹ ਜ਼ਬਾਨੀ ਇਸ ਕਲਾਸ 'ਚ ਆ ਗਏ 8th ਵਿੱਚ ਆਪਾਂ ਨੂੰ ਮੂੰਹ ਜ਼ਬਾਨੀ ਆਉਂਦੇ ਹੈ। ਤਾਂ ਤੁਹਾਨੂੰ ਪਤਾ ਹੈ 12 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ। ਜੇ ਇਹਨਾਂ ਨੂੰ ਨਹੀਂ ਆਉਂਦਾ ਉਹ ਇਸ ਤਰ੍ਹਾਂ ਵੀ ਡਿਵਾਈਡ ਕਰਕੇ ਦੇਖ ਸਕਦੇ ਆ। ਸਭ ਤੋਂ ਪਹਿਲਾਂ 12 ਜਿਹੜਾ 2 ਦੇ ਪਹਾੜੇ 'ਚ ਆਉਂਦਾ, 2 ਛਿੱਕੇ 12 ਪਹਾੜੇ ਇਹਨਾਂ ਦੇ ਹੀ ਲੱਗਣੇ ਰਕਮਾਂ ਦੇ ਪ੍ਰਾਈਮ ਨੰਬਰਸ। ਇਹਨਾਂ ਨੂੰ ਅਭਾਜ ਸੰਖਿਆਵਾਂ ਕਿਹਾ ਜਾਂਦਾ ਹੈ। ਅਭਾਜ ਪ੍ਰਾਈਮ ਨੰਬਰਸ ਇੰਗਲਿਸ਼ ਮੀਡੀਅਮ 'ਚ ਕਹਿੰਦੇ ਆ ਪ੍ਰਾਈਮ ਨੰਬਰਸ। ਉਸ ਤੋਂ ਬਾਅਦ 6 ਜਿਹੜਾ ਫਿਰ 2 ਦੇ ਪਹਾੜੇ 'ਚ ਆਉਂਦਾ, 2 ਤੀਆ 6 ਫਿਰ 3 ਏਕਮ 3। ਤਾਂ ਇਸ ਤਰ੍ਹਾਂ 12 ਨੂੰ ਕੀ ਲਿਖ ਸਕਦੀ ਹਾਂ ਮੈਂ? 2 ਗੁਣਾ 2 ਗੁਣਾ 3। ਜੋ ਤੁਸੀਂ ਇਹਨਾਂ ਨੂੰ ਸੋਲਵ ਕਰਕੇ ਦੇਖੋਗੇ ਗੁਣਾ 3 ਗੁਣਾ 1 ਜਿਹੜਾ ਹੈ ਸਭ ਦੇ ਨਾਲ ਸਾਂਝਾ ਫੈਕਟਰ ਸਭ ਦਾ ਇੱਕ ਹੁੰਦਾ ਹੀ ਹੁੰਦਾ ਹੈ ਸਾਰਿਆਂ ਕੋਲ। ਤਾਂ ਇਸ ਤਰ੍ਹਾਂ ਸਾਡੇ ਕੋਲ 2 ਦੂਣੀ 4 4 ਤੀਏ 12 12 ਬਣ ਗਿਆ। 12 ਏਕਮ 12 ਨਾਲ ਕੀ ਹੈ ਸਾਡੇ ਕੋਲ ਪਿਆ ਇੱਕ x ਵੀ ਪਿਆ। ਤਾਂ ਅਸੀਂ ਇਹਨੂੰ ਨਹੀਂ ਭੁੱਲਣਾ, x ਜ਼ਰੂਰ ਲਗਾਉਣਾ ਹੈ। ਇਸੇ ਤਰ੍ਹਾਂ ਹੀ 36 ਹੈ ਪਰਪਲ ਕਲਰ ਦੇ ਵਿੱਚ ਤੁਸੀਂ ਦੇਖ ਰਹੇ ਹੋ। 36 ਨੂੰ ਅਸੀਂ ਨੋਟ ਕਰਾਂਗੇ। ਸਭ ਤੋਂ ਪਹਿਲਾਂ 2 ਦੇ ਪਹਾੜੇ 'ਚ 2 ਦਾ ਪਹਾੜੇ ਨਾਲ ਡਿਵਾਈਡ ਕਰਨ ਦਾ ਮਤਲਬ ਹੀ ਹੁੰਦਾ ਕਿ ਹਾਫ ਕਰਨਾ। 18 ਦੂਣਾ 36 2 9 18। ਉਸ ਤੋਂ ਬਾਅਦ 3 ਦੇ ਪਹਾੜੇ 'ਚ ਆਉਂਦਾ 9, 2 ਦੇ ਪਹਾੜੇ 'ਚ ਨਹੀਂ ਆਉਂਦਾ 3 ਤੀਆ 9 ਫਿਰ 3 ਏਕਮ 3। ਤਾਂ 36 ਨੂੰ ਕੀ ਲਿਖਿਆ ਜਾ ਸਕਦਾ ਹੈ? 2 ਗੁਣੀ 2 ਗੁਣੀ 3 ਗੁਣੀ 3 ਗੁਣੀ 1। 2 ਗੁਣਾ 2 ਗੁਣਾ 3 ਜਦੋਂ ਤੱਕ 1 ਨਾ ਜਾਏ ਅਸੀਂ ਉਸੀ ਤਰ੍ਹਾਂ ਚੱਲਦੇ ਰਹਿੰਦੇ। 2 ਗੁਣਾ 2 ਗੁਣਾ 3 ਗੁਣਾ 3 ਗੁਣਾ 1। ਹੁਣ ਇਹਨਾਂ ਵਿੱਚ ਕਾਮਨ ਫੈਕਟਰ ਸਾਂਝੇ ਗੁਣਨਖੰਡ। ਆਪਾਂ ਨੂੰ ਉਹਨਾਂ ਨੇ ਪੁੱਛਿਆ ਸਾਂਝੇ ਗੁਣਨਖੰਡ ਕੀ ਹੋਏਗਾ? ਸਾਂਝੇ ਗੁਣਨਖੰਡ ਕਾਮਨ ਫੈਕਟਰਸ ਕਾਮਨ ਫੈਕਟਰਸ ਕੀ ਹੁੰਦੇ ਆ? ਜਿਹੜੇ ਦੋਨਾਂ ਕੋਲ ਹੈ ਤੁਸੀਂ ਦੇਖ ਰਹੇ ਹੋ ਦੋਨਾਂ ਕੋਲ 2 ਹੈ ਤਾਂ 1 2 ਲਿਖ ਲੈਣਾ ਹੈ ਗੁਣਾ ਪਾ ਕੇ। ਫਿਰ ਦੋਨਾਂ ਕੋਲ ਇੱਕ ਹੋਰ 2 ਹੈ, ਦੇਖੋ ਪੇਅਰ ਬਣ ਰਿਹਾ। ਫਿਰ 1 2 ਉਸ ਤੋਂ ਬਾਅਦ ਦੋਨਾਂ ਕੋਲ 3 ਹੈ ਗੁਣਾ 3 ਅਤੇ ਗੁਣਾ 1। ਤਾਂ ਸਾਂਝੇ ਗੁਣਨਖੰਡ ਕੀ ਹੋ ਗਿਆ? 3 ਦੂਣੀ 6 6 ਦੂਣੀ 12। ਤਾਂ ਸਾਂਝਾ ਗੁਣਨਖੰਡ ਕੀ ਆ ਗਿਆ? 12। ਇਹਦਾ ਮਤਲਬ 12 ਜਿਹੜਾ ਹੈ ਦੋਨਾਂ ਕੋਲ ਆਏਗਾ। ਇਸੇ ਤਰ੍ਹਾਂ ਹੀ ਨੈਕਸਟ ਹੈ 2y। ਇਹਨੂੰ 2 ਗੁਣਾ 2 ਏਕਮ 2 ਗੁਣਾ y ਲਿਖ ਲੈਣਾ। ਇਸੇ ਤਰ੍ਹਾਂ ਹੀ 22xy ਹੈ। दो गुना 11 मैनू मूँह जवानी बेटे आंदा 11 किसी के पहाड़े च नहीं आंदा, इन्हें अगे टुटना नहीं है। गुना x गुना y दोनों चीज़ां लिखनियां ने। तो कॉमन सांझे गुणनखंड असने क्या सांझे गुणनखंड पता करो। तो सांझे गुणनखंड की हो गए बेटे तुसी देखोगे
कॉमन फैक्टर्स। दो गुना होर किहड़ी चीज़ है जिहड़ी दोनों कोल है, y। तो सांझा गुणनखंड की हो गया 2y। 2 नूं y नाल गुना करके 2y बन जाता है। 2 जमा y नूं 2y नहीं लिखते आपां बेटे, इनू 2y नहीं लिख सकते, इनू कुछ नहीं कर सकते। 2 गुना y नूं 2y लिख सकते हैं। नैक्सट है 3 रकमां दे विच 6abc। दूसरी रकम है 24ab स्क्वायर। ये सिर के उत्ते 2 है, मैं अलग कलर नाल शो कर दिनी है। उस तो बाद है नैक्सट 12a स्क्वायर b। 12a दे उत्ते कितनी घात है 2, मैनू अलग कलर नाल शो कर देनी है ताकि अपन सवाल च कोई कन्फ्यूजन ना होवे। तो 6 नूं पहला अंकां नूं देखना है सब तो छोटे तो छोटे तरीके नाल। 2 तिया 6, इन्हां दे अगे टुकड़े नहीं हो सकते, दोनों प्राइम नंबर है, भाग संख्यावां ने। तो उस तो बाद गुना पा के ये सारी रकम आपस गुना ही हुंदी है। गुना गुना ए गुना बी गुना सी, ए बी सी, क्योंकि एक बार ए है एक बार बी है, इन्हां दे सिर दे उत्ते कुछ नहीं है, मतलब कि इन्नी घात है 1। नैक्सट है 24। 24 नूं बेटा लिखा जा सकता है, देखो 24 दे प्राइम फैक्टराइजेशन करोगे 2 12, 2 छिके 12, 2 तिया 6, 3 एकम 3, तो 2 गुनी 2 गुनी 2 गुनी 3। ठीक है जी, एक तो कॉमन हुंदा ही हुंदा है, तुसीं लिख सकते हो तो छड्ड भी सकते हो। तो आ देखो गुना पाके ये सिर्फ अपना 24 दे 2 दूनी 4, 4 दूनी 8, 8 तिया 24 गुना। नैक्सट की लिखांगे ए गुना बी कितनी बार है, देखो बी के सिर के उत्ते 2 है, इसका मतलब बी नूं कितनी बार लिखना 2 बारी। इसी तरह ही नैक्सट है 12। 12 दे देखो 2 गुनी 2 गुनी 3 लिख सकते हैं। 4 तिये 12, 2 दूनी 4, 4 तिये 12। उस तो बाद है ए दे सिर के उत्ते 2, ਇਹਦਾ मतलब ਆਪਾਂ ए ਨੂੰ कितनी बार लिखना है बेटे 2 बारी, तो बी ਨੂੰ कितनी बार लिखना है, बी ਦੇ सिर ਦੇ ਉੱਤੇ कुछ नहीं है, तो बी ਨੂੰ बेटे ਅਸੀਂ लिखांगे 1 बारी। तो कॉमन फैक्टर्स देखो सांझे गुणनखंड। सांझा गुणनखंड की होया इन्हां विच तिन्हां दे विच जिहड़ा होएगा कॉमन वो किहड़ा है, वो मैं थानू टिक करके अंडरलाइन कर देनी। 2 जो तिना कोल होएगा 2, तो सब तो पहला एक 2 आ गया। नैक्सट 3 है, ये कोल भी 3 है, 3 3 3, नैक्सट आ गया 3। नैक्सट की है तुसी देखोगे ए ये कोल भी है, ये कोल भी है, ये कोल भी है, तो ए भी आ गया। उस तो बाद नैक्सट असी चेक करांगे बी है, ये कोल बी इत्थे भी है, इत्थे भी है, तो इत्थे भी है, बी भी आ गया। नैक्सट ये को सी है, इस तो अलावा होर कुछ नहीं है, ये सी नहीं है, ये भी सी नहीं है। तो ये किहड़ा सांझा गुणनखंड बनया, इन्होंने मल्टीप्लाई करके लिखो। साढ़े कोल बन गया 3 दूनी 6, ए तो बी है, तो इन्हों कला कला ए बी। इज इट ओके? 6ab। नैक्सट है बेटा असी फैक्टराइज एक्सप्रैशन करन जा रहे हैं, बहुपदा गुणनखंडीकरण। इस सिर्फ कोई फर्क नहीं है, सवाल उही चीज़ है, लेकिन इहदे विच 2 रकमां दित्तियां होईयां जिहड़ी कि प्लस या माइनस के तौर दे विच दित्तियां होणगीਆਂ, तो इन्हां विच कॉमन कट के बाहर लिख देना, बाकी रकम असी ब्रैकेट के अंदर पा देंगे। सब तो पहला देखो 7x - 42, 7x जिहड़ा तुहानूं दिख रहा है इहदे अगे कोई निशान नहीं है, इहदा मतलब इहदे अगे किहड़ा निशान है प्लस का। तो असी इन्होंने रकमां नूं स्प्लिट अप करके लिखना है। 7 7 किसी के पहाड़े च नहीं आंदा, तो 7 गुना एकम 7, 7 दे नाल की जुड़िया होया है एक एक्स, तो असी आह वाला जिहड़ा एक्स है इनू एक्स दे नाल ही 7 एकम 7, देखो 7 एकम 7 एक्स की थां ते एक्स। उस तो बाद काहदा निशान है माइनस।
ਉਸ ਤੋਂ ਬਾਅਦ 42 ਹੈ ਬੇਟੇ। ਅਸੀਂ ਇਸ ਤਰ੍ਹਾਂ ਦੇਖਣਾ ਹੈ ਵੀ ਇਹਨਾਂ ਦੋਨਾਂ ਦੇ ਵਿੱਚ ਕੁਝ ਸਾਂਝਾ ਨਿਕਲ ਆਵੇ। ਮੈਨੂੰ ਪਤਾ ਹੈ 7 ਦੇ ਪਹਾੜੇ 'ਚ 42 ਆਉਂਦਾ, ਅਤੇ ਮੈਨੂੰ 7 ਛਿੱਕਾ 42 ਲਿਖ ਲੈਣਾ। 7 ਗੁਣਾ 6, ਕਿਉਂਕਿ ਇਹਦੇ ਕੋਲ ਕੁਛ ਵੀ ਐਕਸ ਵਗੈਰਾ ਨਹੀਂ ਹੈ ਅਤੇ ਮੈਂ ਇਹਦਾ ਨਾਲ ਕੁਛ ਵੀ ਨਹੀਂ ਪਾਇਆ। ਹੁਣ ਦੋਨਾਂ ਕੋਲ ਸਾਂਝਾ ਕੀ ਹੈ ਬੇਟਾ, ਤੁਸੀਂ ਉਹ ਦੇਖ ਲੈਣਾ। ਇਹਦੇ ਕੋਲ ਵੀ 7 ਹੈ ਅਤੇ ਇਹਦੇ ਕੋਲ ਵੀ 7 ਹੈ। ਤਾਂ ਜਿਹੜਾ ਦੋਨਾਂ ਕੋਲ 7 ਹੈ ਉਹ ਮੈਂ ਬਾਹਰ ਕੱਢ ਲੈਣਾ 7। ਮੈਂ ਰੈੱਡ ਕਲਰ 'ਚ ਲਿਖ ਲਿਆ ਕਿਉਂਕਿ ਦੋਨਾਂ ਕੋਲ ਸਾਂਝਾ ਹੈ। ਅਤੇ ਉਸ ਤੋਂ ਬਾਅਦ ਅਸੀਂ ਪਾ ਦੇਣੀ ਹੈ ਜੋ ਵੀ ਤੁਹਾਨੂੰ ਸਾਂਝਾ ਨਜ਼ਰ ਆ ਰਿਹਾ, ਹੋਰ ਕੁਛ ਵੀ ਨਜ਼ਰ ਨਹੀਂ ਆ ਰਿਹਾ। 1 ਹੈ, ਐਕਸ ਹੈ, ਇਹਦੇ ਕੋਲ 6 ਹੈ। 7 ਨੂੰ ਛੱਡ ਕੇ ਹੋਰ ਕੁਛ ਵੀ ਸਾਂਝਾ ਨਜ਼ਰ ਨਹੀਂ ਆ ਰਿਹਾ। ਉਸ ਤੋਂ ਬਾਅਦ ਤੁਸੀਂ ਬਰੈਕਟ ਪਾਣੀ ਸ਼ੁਰੂ ਕਰ ਦੇਣੀ ਹੈ। ਬਰੈਕਟ ਦੇ ਅੰਦਰ ਤੁਸੀਂ ਕੀ ਕਰਨਾ ਹੈ, ਕੀ ਲਿਖੋਗੇ, ਜੋ ਰਕਮਾਂ ਜਿਹਨਾਂ ਥੱਲੇ ਰੈੱਡ ਲਾਈਨ ਨਹੀਂ ਹੈ ਉਹ ਲਿਖ ਦੇਣੇ। 1 × x, 1x ਦਾ ਮਤਲਬ 1 ਨੂੰ x ਨਾਲ ਗੁਣਾ ਕੀਤਾ ਅਤੇ x ਆ ਗਿਆ। ਉਸ ਤੋਂ ਬਾਅਦ ਕਾਹਦਾ ਨਿਸ਼ਾਨ ਹੈ, ਮਾਈਨਸ ਦਾ, ਮਾਈਨਸ ਪਾ ਦੇਣਾ। ਅਤੇ ਇੱਥੇ ਕਿਹੜਾ ਹੈ 6, ਇਹਨੂੰ ਕੀ ਪਾ ਦੇਣਾ ਹੈ 6। ਜਦੋਂ ਤੁਸੀਂ ਬਰੈਕਟ ਖੋਲੋਗੇ 7 ਨੇ x ਨਾਲ ਗੁਣਾ ਹੋਇਆ ਨਾ 7x ਬਣ ਜਾਣਾ, ਮਾਈਨਸ ਦੀ ਥਾਂ 'ਤੇ ਮਾਈਨਸ ਆ ਜਾਏਗਾ। 7 ਛਿੱਕਾ 42। इजी टोके। इसी तरह नेक्स्ट सम देखो 6p - 12 क्या हुआ है 6p ਨੂੰ ਕੀ ਲਿਖਾਂਗੇ 6 ਗੁਣਾ p। ਫਿਰ ਤੁਹਾਨੂੰ ਦੱਸਿਆ ਕਿ ਇਹਨਾਂ ਦੋਨਾਂ ਰਕਮਾਂ ਦੇ ਵਿੱਚ ਕੁਛ ਨਾ ਕੁਛ ਜੇ ਸਾਂਝਾ ਹੁੰਦਾ 2 ਜਾਂ 3 ਰਕਮਾਂ ਜਿੰਨੀ ਵੀ ਹੋਣਗੀਆਂ ਅਤੇ 12 ਜਿਹੜਾ ਹੈ ਇਹਨੂੰ ਕੀ ਲਿਖ ਸਕਦੇ ਹਾਂ 6 ਦੂਣੀ 12। ਅਤੇ ਇਹਦੇ ਕੋਲ ਕੀ ਹੈ ਬੇਟੇ 6 ਦੂਣੀ 12 ਤਾਂ ਲਿਖ ਲਿਆ ਮੈਂ, ਨਾਲ ਕੀ ਹੈ ਕਿਆਊ, ਤਾਂ ਮਲਟੀਪਲਾਈ ਕੀ ਹੋਊਗਾ ਨਾਲ ਕਿਆਊ। ਹੁਣ ਦੋਨੋਂ ਕੋਲ ਸਾਂਝਾ ਕੀ ਹੈ ਉਹ ਰੈੱਡ ਕਲਰ 'ਚ ਅੰਡਰਲਾਈਨ ਕਰ ਲੈਣਾ ਤੁਸੀਂ 6 ਤੇ ਵੀ 6। ਤਾਂ ਸਭ ਤੋਂ ਪਹਿਲਾਂ ਰੈੱਡ ਵਾਲਾ ਅਕਸ਼ਰ ਲਿਖ ਕੇ ਬਾਹਰ, ਉਸ ਤੋਂ ਬਾਅਦ ਕੀ ਪਾ ਦੇਣੀ ਹੁੰਦੀ ਅਸੀਂ ਬਰੈਕਟ, ਉਸ ਤੋਂ ਬਾਅਦ ਬਰੈਕਟ ਸ਼ੁਰੂ ਕਰ ਦੇਣੀ ਹੈ। ਅਤੇ ਕੀ ਬਚੇਗਾ ਹੁਣ ਜਿਹੜਾ ਤੁਹਾਨੂੰ ਨਜ਼ਰ ਜਿਹੜਾ ਬਾਹਰ ਨਹੀਂ ਹੈ 6 ਦੇ ਨਾਲ ਗੁਣਾ ਵੀ ਬਾਹਰ ਆ ਜਾਏਗੀ। 6 ਦਾ ਮਤਲਬ ਇੱਥੇ ਕੀ ਹੈ ਗੁਣਾ ਹੀ ਹੈ, 7 ਦੇ ਨਾਲ ਗੁਣਾ ਹੈ, 7 ਦੇ ਨਾਲ ਗੁਣਾ ਵੀ ਬਾਹਰ ਨਿਕਲੀ ਹੈ। ਇਹ ਜਦੋਂ ਬਰੈਕਟ ਅਤੇ ਇਹਦੇ ਵਿਚਕਾਰ ਕੋਈ ਨਿਸ਼ਾਨ ਹੋਵੇ ਆਟੋਮੈਟਿਕਲੀ ਗੁਣਾ ਹੀ ਹੁੰਦੀ। 6 ਦੇ ਨਾਲ ਗੁਣਾ ਵੀ ਬਾਹਰ ਆ ਗਈ ਹੈ, ਤਾਂ 6 ਦੇ ਨਾਲ ਗੁਣਾ ਦੇ ਉੱਤੇ ਉਂਗਲੀ ਰੱਖ ਲਈ। ਕੀ ਬਚਿਆ ਸਾਡੇ ਕੋਲ p, ਫਿਰ ਕੀ ਬਚਿਆ ਮਾਈਨਸ, ਫਿਰ 6 ਦੇ ਨਾਲ ਗੁਣਾ ਦੇ ਉੱਤੇ ਉਂਗਲੀ ਰੱਖ ਲਈ ਮੈਂ ਕਿਉਂਕਿ ਇਹ ਬਾਹਰ ਆ ਚੁੱਕਾ ਹੈ। ਇਹਨੂੰ ਹੁਣ ਅਸੀਂ ਬਾਹਰ ਕੱਢ ਚੁੱਕੇ ਹਾਂ। ਅਤੇ ਕੀ ਬਚਿਆ 2 ਗੁਣਾ ਘਿਓ ਨਜ਼ਰ ਆ ਰਿਹਾ, ਤਾਂ 2 ਗੁਣਾ ਘਿਓ ਲਿਖ ਦੇਣਾ ਅਸੀਂ। 2 ਗੁਣਾ ਘਿਓ ਦਾ ਮਤਲਬ 2 ਘਿਓ, ਚਾਹੇ 2 ਗੁਣਾ ਘਿਓ ਲਿਖੋ ਬੱਚਿਆਂ ਦੀ ਤਰ੍ਹਾਂ, ਚਾਹੇ 2 ਘਿਓ ਲਿਖ ਲਓ। ਇਜ਼ ਇਟ ਓਕੇ। ਇਸੇ ਤੋਂ ਬਾਅਦ ਹੈ 7a² = 14a। ਹੁਣ ਇਹਦੇ ਵਿੱਚ ਦੇਖੋ 7a² ਨੂੰ ਕੀ ਲਿਖਾਂਗੇ 7 ਗੁਣਾ a ਗੁਣਾ a, 7 ਗੁਣਾ a ਦੇ ਸਿਰ ਦੇ ਉੱਤੇ ਕਿੰਨੀ ਘਾਤ 2, a² ਦਿੱਤਾ ਹੋਇਆ ਅਤੇ ਇਹਦਾ ਮਤਲਬ a ਨੂੰ ਕਿੰਨੀ ਵਾਰ ਲਿਖਣਾ ਹੈ 2 ਵਾਰੀ। ਉਸ ਤੋਂ ਬਾਅਦ ਕਾਹਦਾ ਨਿਸ਼ਾਨ ਹੈ ਜਮਾ ਦਾ। ਹੁਣ ਗ੍ਰੀਨ ਕਲਰ 'ਚ ਹੈ 14a, 7 ਅਤੇ ਇਹਦੇ ਵਿੱਚ ਪਹਾੜੇ 'ਚ 14 ਵੀ ਆਉਂਦਾ ਹੈ, ਤਾਂ 7 ਦੂਣੀ 14 ਲਿਖ ਲਾਂਗੇ ਅਤੇ ਨਾਲ ਕੀ ਪਾ ਦਾਂਗੇ a। 7 ਦੂਣੀ 14। ਹੁਣ ਦੇਖੋ ਇਹਨਾਂ ਵਿੱਚੋਂ ਸਾਂਝਾ ਕੀ ਹੈ ਉਹਨੂੰ ਪਹਿਲਾਂ ਹੀ ਜਿਹੜਾ ਦੋਨਾਂ ਕੋਲ ਹੈ, ਇੱਕ 7 ਹੈ, ਇਹਦੇ ਕੋਲ ਵੀ 7 ਹੈ, ਅਤੇ ਗੁਣਾ ਹੈ, ਗੁਣਾ ਵੀ ਨਿਕਲ ਜਾਏਗੀ। ਹੋਰ ਕੀ ਹੈ ਦੋਨਾਂ ਕੋਲ a, ਇਹਦੇ ਕੋਲ ਵੀ a ਹੈ ਅਤੇ ਇਹਦੇ ਕੋਲ ਵੀ a ਹੈ। ਤਾਂ ਕੀ ਬਚ ਗਿਆ 7 ਅਤੇ a, 7 ਗੁਣਾ a ਅਤੇ a। ਇਜ਼ ਇਟ ਓਕੇ। ਤਾਂ ਬਾਹਰ ਲਿਖ ਲਓ 7 ਗੁਣਾ a, 7 ਆ ਗੁਣਾ ਥੱਲੇ ਰੈਡ ਸੀ ਇਹ ਵੀ ਨਿਕਲ ਗਿਆ, ਇਹਦਾ a ਵੀ ਨਿਕਲ ਗਿਆ, ਇਹ ਵੀ a ਨਿਕਲ ਗਿਆ। ਹੁਣ ਕੀ ਬਚਿਆ ਬਰੈਕਟ ਸ਼ੁਰੂ ਕਰਕੇ ਇੱਥੇ ਵੀ ਆਹ ਵਾਲੀ ਗੁਣਾ, ਤਾਂ ਤੁਸੀਂ ਦੇਖੋਗੇ 7 ਗੁਣਾ a ਕੱਢ ਲਿਆ, 7 ਗੁਣਾ a 'ਤੇ ਉਂਗਲੀ ਰੱਖ ਲਓ, ਕੀ ਬਚਿਆ a ਗੁਣਾ a ਮਤਲਬ ਇੱਕ ਨਾਲ ਹੀ ਹੈ ਤਾਂ a ਲਿਖ ਲਓ ਖਾਲੀ। ਉਸ ਤੋਂ ਬਾਅਦ ਪਲੱਸ, ਹੁਣ 7 ਗੁਣਾ a ਨਿਕਲ ਗਿਆ, 7 ਦੇ ਨਾਲ ਗੁਣਾ ਤੇ a 'ਤੇ, 7 ਦੇ ਨਾਲ ਗੁਣਾ 'ਤੇ ਰੱਖ ਲਈ ਉਂਗਲੀ ਅਤੇ ਮੈਂ ਨਾਲ a 'ਤੇ ਰੱਖ ਲਈ, ਕੀ ਬਚਿਆ ਖਾਲੀ 2। ਆ ਦੇਖੋ ਇਸ ਤਰ੍ਹਾਂ ਤੁਸੀਂ ਗੁਣਨਖੰਡੀਕਰਨ ਕਰਨਾ ਹੈ। ਸਮਝ ਲੱਗ ਗਈ ਤੁਹਾਨੂੰ। ਨੈਕਸਟ ਹੈ ਇੱਕ ਇੱਦਾਂ ਦਾ ਸੇਮ ਸਵਾਲ 5x² y, x ਦੇ ਸਿਰ ਦੇ ਉੱਤੇ ਘਾਤ ਹੈ 2,
मैं तुहानूं ब्लैक नाल डार्क करके दिखा रही हाँ। इहदे भी सिर ते 2 है, तां तुसीं देखोगे 5 गुना एक्स दे सिर दे उत्ते 2 है, मतलब एक्स नूं 2 वारी लिखना है। वाई दे उत्ते कुछ नहीं है, वाई एक वारी है, इहदा मतलब माइनस। हुण 5 दे पहाड़े च 15 आंदा ना, तो 5 गुना 3 15 लिख लिया, 5 तीए 15 लिख लिया। 5 इहदे कोल भी सी, गुना एक्स है, तो वाई कितनी बार लिखांगे? 2 वारी। आ देखो गुना पा के, गुना मैं ब्लैक कलर च कर दिंदी ताकि पता लगे भी तुसीं गुना कर रहे हो, इन्हां रकमां नूं गुना हुंदी है आपस च। आ अलग टर्म है ऑरेंज वाली, ये दूसरी, इहनूं की कहंदे? दोपदी, दोपदी कहंदे आ। 2 टर्म्स ने, आ एक टर्म है ऑरेंज वाली, आ ग्रीन वाली एक अलग टर्म है, जिहड़ी प्लस या माइनस नाल अलग होईयां होण। ये सारियां 2 पदियां, आ 3 पदी है, एक रैड च, एक ऑरेंज च, एक ग्रीन च, क्योंकि इत्थे 2 निशान है प्लस माइनस नाल अलग होए होए। ये 3 टर्म्स है, एक अलग बन गई। ये कोल 4 AB कोल अपना ऑरेंज निशान है, -4C मतलब 4 ये कोल अपना माइनस निशान है। तो इहदे विच सांझा किहड़ा किहड़ा? रैड कलर दे विच असीं शो करदे हैं। देखो 5 भी है गुना एक्स, तो 5 भी है, तो गुना भी है, तो एक्स भी है। होर की है? तो गुना वाई भी निकल जाएगा, तो गुना वाई भी निकल जाएगा, जिहड़ा मर्जी वाई कढ सकते हो। तो सब तो पहला तुसीं जिहड़ी जिहड़ी चीज़ कॉमन कड्ढी है, 5x 5 गुना एक्स एक बार लिखना है, तो गुना वाई आ निकल गया बाहर। उस तो बाद ब्रैकेट शुरू कर देनी है, क्योंकि 3 सारिਆਂ ਕੋਲ ਇਹੀ ਸੀਗਾ। हाँ जी 5x ਤੇ वाई ਦੇ ਉੱਤੇ ਉਂਗਲੀ ਰੱਖ ਲਈ, 5 भी ਕੱਢ ਲਿਆ, गुना भी ਕੱਢ लिया, x भी ਕੱਢ लिया, तो वाई भी ਕੱਢ लिया। ਇਹਨਾਂ ਸਾਰੇ ਦੇ ਉੱਤੇ ਉਂਗਲ ਰੱਖ ਲਈ, ਕੀ ਬਚਿਆ? x। उस तो बाद माइनस, उस तो बाद इधर देखो 5 भी बाहर है, एक एक्स भी कढ़िया बाहर, तो एक वाई भी कढ़िया बाहर, तो की बचया? 3 गुना वाई, 3 तो वाई बचे है। थानू दिख रहा? 5 ते भी उंगल रख ली, एक्स से भी रख ली, तो वाई ते भी रख ली, क्योंकि बाहर निकल चुके हैं। की बचा? 3 ते वाई, तो इन्होंने 3 वाई लिख लो, 3 गुना वाई लिख लो या 3 वाई लिख लो। उसी तरह नैक्सट है -4 गुना ए स्क्वेयर है, ए नूं 2 वारी लिखना है, ए गुना ए। उस तो बाद जमा 4 गुना ए गुना बी। उस तो बाद माइनस, क्योंकि सारे कोल 4 हैगा ही है, आपां नूं 4 नज़र ही आ रहा, जिहड़ा तिन्नां कोल है सांझा, सी गुना ए। तो कॉमन की है? हुण मैं तुहानूं अलग कलर च दिखानी है। 4 खाली, 4 दे नाल ए, इधर भी 4 दे नाल ए, इधर भी 4 दे नाल ए, ये तिन्नां कोल है। ठीक है जी। तो सब तो पहला आप रैड कलर ब्लू कलर से लिख लैने 4 ते ए निकल गया बाहर। उस तो बाद 2 ही रकमान, ए चो भी 4 है, ए चो भी 4 ए कड्ढी है बाहर। उस तो बाद देखो की बचा? माइनस, पहला तो काम माइनस बचा होया है, 4 दे ते उंगल रख लो माइनस, तो की बच गया? ए, तो माइनस ए। उस तो बाद 4 ते ए कढ़ के की बचा? जमा बी। देखो 4 ते ए आपां बाहर कढ़ चुके हैं, तो जमा बी बचा। उस तो बाद 4 ते ए कढ़ चुके हैं, तो की बचा? माइनस ग्रीन ते सी, माइनस सी। ये बेटे 4.1 के बड़े इंपॉर्टेंट सवाल से, मैं बड़े ही इंपॉर्टेंट तो बड़े ही अपनी कोशिश की कि थानू ईजी तरीके समझा देवां। तो आई होप थानू ये सवाल समझ आ गए होंगे। थैंक यू।